ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿੱਧੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਦੇ ਨਾਲ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ। ਪ੍ਰੋਫੈਸਰ ਸਾਹਿਬ ਸਾਡੇ ਨਾਲ ਚੰਡੀਗੜ੍ਹ ਤੋਂ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਪ੍ਰੋਫੈਸਰ ਸਾਹਿਬ ਜੀ, ਸਵਾਗਤ ਹੈ ਜੀ ਆਪ ਜੀ ਦਾ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ। ਜੀ ਪ੍ਰੋਫੈਸਰ ਸਾਹਿਬ, ਜੇ ਅਸੀਂ ਸ਼ੁਰੂਆਤ ਕਰੀਏ ਅਮਫਾਨ ਤੋਂ, ਤਾਂ ਅਮਫਾਨ ਨੇ ਪੂਰੀ ਤਬਾਹੀ ਮਚਾਈ ਹੋਈ ਹੈ ਜੀ। ਪੱਛਮੀ ਬੰਗਾਲ ਦੇ ਵਿੱਚ 72 ਲੋਕਾਂ ਦੀ ਹੁਣ ਤੱਕ ਮੌਤ ਹੋਣ ਦੀ ਖਬਰ ਹੈ। ਪੱਛਮੀ ਬੰਗਾਲ ਵੱਲੋਂ ਜਿਹੜੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਕੇਂਦਰ ਨੂੰ ਜਿਹੜੇ ਰਾਹਤ ਕਾਰਜ ਜਿਹੜੇ ਨੇ ਉਹ ਕਰਨੇ ਚਾਹੀਦੇ ਨੇ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਨੇ ਆਗ੍ਰਹਿ ਕੀਤਾ ਸੀ ਕਿ ਤੁਸੀਂ ਇੱਕ ਵਾਰੀ ਆਣ ਕੇ ਦੇਖੋ ਤਾਂ ਸਹੀ ਕਿ ਇੱਥੇ ਕੀ ਹਾਲਾਤ ਨੇ, ਤੇ ਅੱਜ ਦੌਰਾ ਕਰਨਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਹਾਂ, ਬਿਲਕੁਲ ਠੀਕ ਹੈ। ਉਹ ਸ਼ਾਇਦ ਦੌਰਾ ਤਾਂ ਨਾ ਕਰਨ, ਸਰਵੇ ਤੇ ਜ਼ਰੂਰ ਕਰਵਾਉਣਗੇ ਜਾਂ ਆਪ ਜਾਣਗੇ, ਉਹ ਗੱਲ ਜ਼ਰੂਰ ਆਈ ਹੈਗੀ ਆ। ਪਰ ਇਹ ਬੜੀ ਦੁੱਖ ਦੀ ਖਬਰ ਆ ਕਿ ਕਾਫੀ ਵੱਡੀ ਗਿਣਤੀ 'ਚ 72-74 ਲੋਕ ਜਿਹੜੇ ਆ ਉਹ ਇੰਝ ਪਤਾ ਲੱਗਾ ਕਿ ਉਹਨਾਂ ਦੀ ਡੈਥ ਹੋ ਗਈ ਆ। ਇਹ ਸਾਰਾ ਕੁਝ ਉਸ ਦੇ ਬਾਵਜੂਦ ਕਿ ਇਹਨਾਂ 6.5 ਲੱਖ ਦੇ ਕਰੀਬ ਬੰਦਿਆਂ ਨੂੰ ਉੱਥੋਂ ਨੇੜਿਓਂ ਦੂਰ ਅਲੱਗ-ਅਲੱਗ ਸ਼ੈਲਟਰ ਹੋਮ ਦੇ ਵਿੱਚ ਭੇਜ ਦਿੱਤਾ ਸੀਗਾ। ਦਿੱਕਤਾਂ ਬਹੁਤ ਆਈਆਂ ਮਨਦੀਪ, ਕਿਉਂਕਿ ਪਹਿਲਾਂ ਹੀ ਸ਼ੈਲਟਰ ਹਾਊਸ ਦੇ ਵਿੱਚ ਬਹੁਤ ਸਾਰੇ ਜਿਹੜੇ ਕਰੋਨਾ ਪੀੜਤ ਜਾਂ ਉਸ ਕਿਸਮ ਦੇ ਜਿਨ੍ਹਾਂ ਨੂੰ ਆਈਸੋਲੇਸ਼ਨ 'ਚ ਕੀਤਾ ਸੀ, ਉਹ ਡਿਸਟੈਂਸ ਰੱਖਣਾ ਸੀ, ਦੂਰੀ ਰੱਖਣੀ ਸੀ, ਉਹਨਾਂ ਨੂੰ ਉੱਥੇ ਕੀਤਾ ਸੀ। ਹੁਣ ਏਡੀ ਵੱਡੀ ਗਿਣਤੀ 'ਚ ਹੋਰ ਬੰਦੇ ਤੁਰੰਤ ਵਿਦਨ ਨੋ ਟਾਈਮ ਤੁਸੀਂ ਹੋਰ ਕਿੱਥੇ ਰੱਖਣੇ ਸੀ। ਇਹ ਕਾਫੀ ਇੱਕ ਚੁਣੌਤੀਪੂਰਵਕ ਸੀ। ਇਹਦਾ ਹੁਣ ਕੀ ਰਿਜ਼ਲਟ ਨਿਕਲਦਾ ਇਹ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਜਿਹੜਾ ਤੂਫਾਨ ਦਾ ਮੰਜ਼ਰ ਆ ਉਹ ਸਾਰੇ ਸਾਹਮਣੇ ਦੇਖਣ ਵਾਲਾ ਆ ਕਿ ਇੱਕ ਹੈਂਗਰ ਜਿਹੜਾ ਏਅਰਪੋਰਟ ਦੇ ਉੱਤੇ ਕਲੈਪਸ ਕਰ ਗਿਆ, ਤੇ ਜਿਹੜਾ ਹਵਾਈ ਜਹਾਜ਼ ਸੀ ਉਹ ਸਮੁੰਦਰੀ ਜਹਾਜ਼ ਬਣਿਆ। ਮੈਨੂੰ ਦੇਖਿਆ ਫੋਟੋਆਂ ਦੇ ਵਿੱਚ, ਕਿਉਂਕਿ ਤਰਦਾ ਪਾਣੀ ਦੇ ਵਿੱਚ ਉਹਦਾ ਢਿੱਡ ਥੱਲੇ ਪਾਣੀ ਨੂੰ ਲੱਗਾ ਸੀ ਹਵਾਈ ਜਹਾਜ਼ ਦਾ। ਹਾਲਤ ਇਹ ਬਣੀ ਹੋਈ ਹੈ। ਤੇ ਬੜੀ ਤੇਜ਼ੀ ਨਾਲ ਤੂਫਾਨ ਆਇਆ। ਕੋਈ 130-35 ਕਿਲੋਮੀਟਰ ਤੇ ਘੱਟੋ ਘੱਟ ਸਪੀਡ ਸੀ। ਵੈਸੇ ਇਹ ਉਮੀਦ ਕੀਤੀ ਜਾਂਦੀ ਸੀ ਕਿ ਇਹਦੀ ਸਪੀਡ ਜਿਹੜੀ ਆ 165, 70, 85 ਤੱਕ ਵੀ ਜਾ ਸਕਦੀ ਹੈਗੀ। ਪਰ ਜੋ ਵੀ ਸਪੀਡ ਸੀਗੀ ਬੜੀ ਭਿਆਨਕ ਸੀਗੀ। ਔਰ 2 ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਮਨਦੀਪ। ਇੱਕ ਜਿਹੜੇ 24 ਪਰਗਨਾ ਨਾਰਥ, 24 ਪਰਗਨਾ ਜਿਹੜਾ ਆ ਕਲਕੱਤੇ ਦਾ ਸਾਊਥ, ਇਹ ਦੋਵਾਂ ਜ਼ਿਲ੍ਹਿਆਂ 'ਚ ਜ਼ਿਆਦਾ ਤਬਾਹੀ, ਫਸਲਾਂ ਵੀ ਹੋ ਗਈਆਂ ਤਬਾਹ। ਚਲੋ ਬਿਲਡਿੰਗਾਂ ਦਾ, ਹੋਰਨਾਂ ਦਾ, ਝੌਂਪੜੀਆਂ ਦਾ, ਜਿਹੜੇ ਕੱਚੇ ਘਰ ਪਾਉਂਦੇ ਆ, ਕਿਉਂਕਿ ਜਿਹੜੇ ਬਾਰਡਰ, ਜਿਹੜੇ ਇਸ ਤਰ੍ਹਾਂ ਕੋਸਟਲ ਏਰੀਏ 'ਚ ਲੋਕ ਆ, ਭਾਵੇਂ ਉਹ ਫਿਸ਼ਰਮੈਨ ਆ, ਭਾਵੇਂ ਹੋਰ ਜਿਹੜੇ ਆਪਣਾ ਨਿਰਬਾਹ ਸਮੁੰਦਰ ਦੇ ਉੱਤੇ ਆਸਰੇ ਕਰਦੇ ਆ, ਸਮੁੰਦਰ ਨੂੰ ਪੂਜਦੇ ਵੀ ਆ, ਤੇ ਸਮੁੰਦਰ ਜਦੋਂ ਆਪਣਾ ਗੁੱਸਾ ਦਿਖਾਉਂਦਾ ਤੇ ਉਹ ਵਿਚਾਰੇ ਉਸ ਦੇ ਵਿਕਟਮ ਵੀ ਬਣਦੇ ਆ। ਇਹੀ ਸਾਰਾ ਉਹਨਾਂ ਦਾ ਰਿਸ਼ਤਾ ਲਗਾਤਾਰ ਜਿਹੜੇ ਕੋਸਟਲ ਲੋਕ ਹੈਗੇ ਆ ਉਹਨਾਂ ਦਾ ਚੱਲਦਾ ਰਹਿੰਦਾ ਇਸ ਸਮੁੰਦਰ ਦੇਵਤੇ ਦੇ ਨਾਲ। ਤੇ ਇਸ ਦਾ ਇਹ ਮੇਰਾ ਖਿਆਲ ਆਇਆ ਤੇ ਚਲਾ ਗਿਆ, ਪਰ ਪਿੱਛੇ ਜੋ ਤਬਾਹੀ ਦਾ ਛੱਡ ਗਿਆ ਉਸ ਨੂੰ ਕਈ ਸਾਲ ਲੱਗਣਗੇ ਪੂਰਾ ਕਰਨ ਲਈ। ਜੋ ਚੀਫ ਮਿਨਿਸਟਰ ਹੈ ਉਹਨੂੰ ਇਹ ਕਹਿਣਾ ਪਿਆ ਕਿ ਇੱਥੋਂ ਤੱਕ ਤਬਾਹੀ ਹੋਈ ਹੈ ਕਿ ਸਾਨੂੰ ਜਿਹੜੇ 2 ਜ਼ਿਲ੍ਹੇ ਆ ਉਹ ਤੇ ਮੁੱਢੋਂ ਛੁੱਡੋਂ ਦੁਬਾਰਾ ਉਸ ਨੂੰ ਰੀਕਨਸਟਰਕਟ ਕਰਨਾ ਪਊਗਾ। ਇਸੇ ਕਰਕੇ ਪ੍ਰਧਾਨ ਮੰਤਰੀ ਸਾਹਿਬ ਖੁਦ ਮੇਰਾ ਖਿਆਲ ਹੈ ਕਿ ਕਿਸੇ ਨਾ ਕਿਸੇ ਸਰਵੇ ਕਰਵਾਉਣ ਤੋਂ ਬਾਅਦ ਕੁਝ ਜ਼ਰੂਰ ਅਨਾਉਂਸ ਕਰਨਗੇ ਕਿ ਅਸੀਂ ਸੈਂਟਰ ਦੇ ਜਿਹੜੇ ਇਹੋ ਜਿਹੇ ਕੋਸ ਹੈਗਾ, ਕੋਈ ਫੰਡ ਹੈਗਾ, ਉਹਦੇ 'ਚੋਂ ਕਿੰਨੇ ਪੈਸੇ ਅਸੀਂ ਦੇ ਸਕਦੇ ਹਾਂ। ਹੋਮ ਮਿਨਿਸਟਰ ਵੀ ਇਸ ਗੱਲ ਦੇ ਉੱਤੇ ਸਤਰਕ ਹੈਗਾ ਆ। ਤੇ ਕੁੱਲ ਮਿਲਾ ਕੇ ਉਹਨਾਂ ਨੇ ਸਾਰੀ ਦੁਨੀਆ ਨੂੰ ਵੀ ਔਰ ਇੰਡੀਆ ਐਟ ਲਾਰਜ, ਚੀਫ ਮਿਨਿਸਟਰ ਸਾਹਿਬ ਜਿਹੜੀ ਮਮਤਾ ਬੈਨਰਜੀ ਆ, ਉਹਨਾਂ ਨੇ ਅਪੀਲ ਕੀਤੀ ਆ ਕਿ ਸਾਡੀ ਦੁੱਖ ਦੀ ਘੜੀ ਦੇ ਵਿੱਚ ਇਸ ਵੇਲੇ ਸ਼ਾਮਲ ਹੋ। ਮੇਰਾ ਖਿਆਲ ਹੈ ਕਿ ਆਪਾਂ ਸਾਰਿਆਂ ਨੂੰ ਜੋ ਵੀ ਕੁਝ ਕਰ ਸਕਦੇ ਹਾਂ, ਸਾਨੂੰ ਜ਼ਰੂਰ ਉਹਨਾਂ ਬੰਗਾਲੀ ਭਾਈਆਂ ਭੈਣਾਂ ਦੀ ਮਦਦ ਕਰਨੀ ਚਾਹੀਦੀ ਹੈ। ਮੰਦੀ ਜੀ ਪ੍ਰੋਫੈਸਰ ਸਾਹਿਬ, ਹੁਣ ਜੇ ਅਸੀਂ ਅਗਲੀ ਗੱਲ ਵੱਲ ਵਧੀਏ ਤਾਂ ਜੋ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ, ਉਹਨਾਂ ਨੇ ਜੋ ਬਿਆਨ ਦਿੱਤਾ ਸੀ ਕਿ ਘਰੇਲੂ ਉਡਾਣਾਂ ਜਿਹੜੀਆਂ ਨੇ 25 ਮਈ ਤੋਂ ਸ਼ੁਰੂ ਹੋ ਜਾਣਗੀਆਂ। ਹੁਣ ਉਹਨਾਂ ਨੇ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਕਿਰਾਇਆ ਜਿਹੜਾ ਤੈਅ ਕੀਤਾ ਹੈ, ਕਿਉਂਕਿ ਉਹਨਾਂ ਨੂੰ ਡਰ ਹੈ ਕਿ ਕਿਤੇ ਏਅਰਲਾਈਨ ਜਿਹੜੀਆਂ ਆਪਣੀ ਮਰਜ਼ੀ ਨਾਲ ਕਿਰਾਇਆ ਵਧਾਉਣ ਨਾ। ਇਸ ਦੇ ਨਾਲ ਹੀ ਜੋ ਰੇਲਾਂ ਦੀ ਵੀ ਅਸੀਂ ਗੱਲ ਕਰੀਏ ਤਾਂ ਉੱਥੇ ਵੀ ਬੁਕਿੰਗ ਹੋ ਗਈ ਹੈ। ਰੇਲਾਂ ਵਿੱਚ 4 ਲੱਖ ਤੋਂ ਵੱਧ ਲੋਕਾਂ ਨੇ ਸਫ਼ਰ ਕਰਨ ਦੇ ਲਈ ਬੁਕਿੰਗ ਕਰਵਾ ਲਈ ਹੈ ਜੀ। ਹਾਂ, ਮਤਲਬ ਕਈ ਕੁਛ ਉਹਨਾਂ ਨੇ ਆਪਣੀ ਵੱਲੋਂ ਛਾਂਗਣ ਮੰਗਣ ਜਿਹਾ ਕੀਤਾ ਤੇ ਹੈਗਾ, ਜਿਹੜੇ ਪਰ ਰੇਟ ਜਿਹੜੇ ਆ ਕੋਈ ਬਹੁਤ ਘੱਟ ਨਹੀਂ ਹੈਗੇ। ਜੇ ਕੋਈ 40 ਮਿੰਟ ਦੀ ਫਲਾਈਟ ਹੈ, ਜੇ ਘੱਟ ਤੋਂ ਘੱਟ ਵੀ ਕੋਈ ਰੇਟ ਹੈ ਤੇ 2000 ਉਹਨਾਂ ਨੇ ਕਿਹਾ ਲੈ ਹੀ ਲਓ, ਤੇ ਇਹ ਕੋਈ ਰਾਹਤ ਵਾਲੀ ਗੱਲ ਨਹੀਂ। ਤੇ ਵੱਧ ਤੋਂ ਵੱਧ ਉਹਨਾਂ ਨੂੰ ਕਿਹਾ ਕਿ ਤੁਸੀਂ 6000 ਵੀ ਲੈ ਲਓ। ਹੁਣ ਕਿਹੜਾ ਐਡਾ ਭਲਾ ਮਾਨਸ ਬੈਠਾ ਹੈ, ਜੇ 6000 ਸਰਕਾਰ ਕਹਿੰਦੀ ਲੈ ਲਓ ਤੇ ਸਰਕਾਰ 6000 ਨਹੀਂ ਲੈਣਗੇ। ਤੇ 6000 ਜਿਹੜਾ 40 ਮਿੰਟ ਦੀ ਫਲਾਈਟ ਸਮਝ ਲਓ ਤੁਸੀਂ, ਇੱਥੋਂ ਚੰਡੀਗੜ੍ਹੋਂ ਕਿਸੇ ਨੇ ਦਿੱਲੀ ਜਾਣਾ ਤੇ ਕਾਫੀ ਜ਼ਿਆਦਾ ਕਿਰਾਇਆ ਹੋਊਗਾ। ਇਹਦਾ ਮਤਲਬ ਇਹ ਹੈ ਕਿ ਅਮੀਰ ਆਦਮੀ ਉਹਦੇ ਤੇ ਜਾ ਪਾਉਣਗੇ, ਬਹੁਤ ਜਿਹੜੇ ਦੂਸਰੇ ਬੰਦੇ ਤੇ ਨਹੀਂ ਜਾ ਪਾਉਣਗੇ। ਤਾਂ ਨਾਲ ਹੀ ਜਿਹੜਾ ਵੱਧ ਤੋਂ ਵੱਧ ਕਿਰਾਇਆ 18,600 ਰੁਪਏ ਤੱਕ, ਜਿਹੜਾ ਜੇ ਕੋਈ 2.5-3 ਘੰਟੇ ਦੀ ਫਲਾਈਟ ਆ, ਉਹ ਵੀ ਵੱਧ ਤੋਂ ਵੱਧ ਕਾਫੀ ਕਿਰਾਇਆ, ਆਪਣੇ ਦੇਸ਼ ਦੇ ਅੰਦਰ ਹੀ ਐਡਾ ਕਿਰਾਇਆ ਇੰਨੇ ਤੇ ਗਲਫ 'ਚ ਬੰਦਾ ਚਲੇ ਜਾਂਦਾ, ਇਹ ਕੀਤਾ ਗਿਆ ਆ। ਪਰ ਇੱਕ ਗੱਲ ਉਹਨਾਂ ਨੇ ਜਿਹੜੀ ਚੰਗੀ ਕੀਤੀ ਹੈ ਕਿ 40% ਸੀਟਾਂ ਇਹੋ ਜਿਹੀਆਂ ਹੋਣੀਆਂ ਚਾਹੀਦੀਆਂ ਜਿਹੜਾ ਇਹ ਦੋਵੇਂ ਜਿਹੜੀਆਂ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਦੀ
ਪਿਛਲੀ ਜਿਹੜੀ ਕੈਟੇਗਰੀ ਆ ਜਾਨੀ ਐਵਰੇਜ ਮੀਨ ਦੇ ਉੱਤੇ ਐਵਰੇਜ ਦੇ ਉੱਤੇ ਔਸਤਨ ਕਿਰਾਇਆ ਜਿਹੜਾ 40% ਸੀਟਾਂ ਲੈਣਗੇ। ਇਹ ਨਹੀਂ ਕਿ ਤੁਸੀਂ ਸਾਰਿਆਂ ਨੂੰ ਇੱਕੋ ਪਾਸੇ ਹੀ ਲਾ ਦਿਓ, ਇੰਨਾ ਨਹੀਂ ਅਸੀਂ ਤੁਹਾਨੂੰ ਅਲਾਉ ਕਰਾਂਗੇ। ਇਹ ਮੇਰੇ ਖਿਆਲ ਚੰਗੀ ਗੱਲ ਪੁਰੀ ਸਾਹਿਬ ਨੇ ਕਹੀ ਆ। ਬਾਕੀ ਤੇ ਉਹ ਸਾਰਾ ਕੁਝ ਹੈ ਕਿ 2 ਘੰਟੇ ਪਹਿਲਾਂ ਪਹੁੰਚਣਾ ਆ, ਮਾਸਕ ਪਹਿਨ ਕੇ ਪਹੁੰਚਣਾ ਆ, ਤੁਹਾਡਾ ਥਰਮਲ ਸਕਰੀਨਿੰਗ ਹੋਊਗੀ, ਜੇ ਉਹ ਸਾਰਾ ਕੁਝ ਉਹਨਾਂ ਨੇ ਡਿਟੇਲ ਜਿਹੜੀ ਗੱਲ ਆ ਉਹ ਭੇਜਤੀ। ਮੇਰਾ ਖਿਆਲ ਜਿਹੜਾ ਵੀ ਟਿਕਟ ਲਏ ਤੇ ਉਹ ਜ਼ਰੂਰ ਉਹਨਾਂ ਨੂੰ ਪੜ੍ਹ ਲੈਣਾ ਚਾਹੀਦਾ ਆ। ਪਰ ਅਜੇ ਤੱਕ 30-35% ਹੀ ਫਲਾਈਟਾਂ ਜਿਹੜੀਆਂ ਸ਼ੁਰੂ ਹੋਣਗੀਆਂ, ਅਜੇ 100% ਨਹੀਂ ਸ਼ੁਰੂ ਹੋਣਗੇ। ਤੇ ਹੌਲੀ ਹੌਲੀ ਇਸ ਗੱਲ ਦਾ ਦਬਾਅ ਕਾਫੀ ਬਣ ਗਿਆ ਸੀਗਾ ਕਿ ਗਰਮਜੋਸ਼ੀ ਜਿਹੜੀ ਆ ਇਕੋਨਮੀ 'ਚ ਆਉਣੀ ਚਾਹੀਦੀ ਆ। ਮੈਂ ਇੱਥੇ ਨਾਲ ਹੀ ਇਹ ਗੱਲ ਦੱਸ ਦਿਆਂ ਕਿ ਹੁਣੇ ਪ੍ਰੈਸ ਕਾਨਫਰੰਸ ਅਜੇ ਸ਼ਾਇਦ ਚੱਲ ਹੀ ਰਹੀ ਹੋਵੇ। ਜਿਹੜੇ ਸਾਡੇ RBI ਦੇ ਗਵਰਨਰ ਆ ਮਨਦੀਪ, ਉਹਨਾਂ ਨੇ 40 ਬੇਸਿਕ ਪੁਆਇੰਟਸ ਮਤਲਬ 0.4% ਇੰਟਰਸਟ ਰੇਟ ਘਟਾਤਾ। ਇਹਦਾ ਮਤਲਬ ਕਿ ਹੁਣ ਜਿਹੜਾ ਉਹ ਪੈਸਾ ਜਿਹੜਾ ਕਰਜ਼ਾ ਦੇਣਗੇ ਬੈਂਕਾਂ ਨੂੰ ਅੱਗੇ ਦਊਗੀ, RBI ਕਰਜ਼ਾ ਦਊਗੀ, ਰਿਜ਼ਰਵ ਬੈਂਕ ਜਿਹੜੀ ਹੈ ਉਹ ਅੱਗੇ ਨਾਲੋਂ ਸਸਤਾ ਦਊਗੀ। ਇਹ ਵੀ ਇੱਕ ਉਪਰਾਲਾ ਹੈਗਾ ਆ ਜਿਹੜੇ ਮਿਸਟਰ ਦਾਸ ਹੈਗੇ ਉਹਨਾਂ ਵੱਲੋਂ ਕਿ ਇਕੋਨਮੀ ਥੋੜੀ ਚੱਲੇ ਤੇ ਜਹਾਜ਼ਾਂ ਦਾ ਵੱਲ ਵੀ ਜਿਹੜੀ ਜਹਾਜ਼ਾਂ ਦੀਆਂ ਫਲਾਈਟਾਂ ਸ਼ੁਰੂ ਕੀਤੀਆਂ ਉਹ ਵੀ ਇੱਕ ਉਧਰ ਹੀ ਅਹਿਮ ਕਦਮ ਹੈਗਾ ਆ। ਮਨਦੀਪ ਜੀ ਪ੍ਰੋਫੈਸਰ ਸਾਹਿਬ, ਮੈਂ ਨਾਲ ਹੀ ਵੈਸੇ ਤਾਂ ਗੱਲ ਜੋੜਨੀ ਚਾਹੀ ਸੀ, ਪਰ ਹੁਣ ਅਸੀਂ ਅਲੱਗ ਜੇ ਕਰ ਲਈਏ ਤਾਂ ਜੋ ਰੇਲਾਂ ਸ਼ੁਰੂ ਹੋਈਆਂ ਨੇ ਜੀ ਉੱਥੇ ਤਾਂ ਬੁਕਿੰਗ ਬਹੁਤ ਹੋ ਰਹੀ ਹੈ, ਪਰ ਜੇ ਬੱਸਾਂ ਦੀ ਗੱਲ ਕਰ ਲਈਏ ਪੰਜਾਬ ਵਿੱਚ ਸਪੈਸ਼ਲ, ਤਾਂ ਪੰਜਾਬ ਵਿੱਚ ਬੱਸਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ। ਇਹ ਤੇ ਹੋਣਾ ਹੀ ਆ। ਹੁਣ ਜੇ ਜੇਬ 'ਚ ਕੋਈ ਪੈਸਾ ਕਿਸੇ ਦੇ ਹੋਊਗਾ ਤਾਂ ਹੂਟੇ ਲਊਗਾ। ਇਹ ਕੋਈ ਵਿਹਲੇ ਤੇ ਹੈ ਨਹੀਂ ਕਿ ਲੋਕ ਹੂਟੇ ਲੈਂਦੇ ਫਿਰਨ ਬੱਸਾਂ ਦੇ ਵਿੱਚ। ਤੇ ਰੋਡਵੇਜ਼ ਨੂੰ ਤਾਂ ਵੈਸੇ ਬਹੁਤਾ ਹੰਗਾਰਾ ਨਹੀਂ ਸੀ। ਤੇ ਇਸ ਵੇਲੇ ਤੇ ਜੋ ਹਾਲਤ ਬਣੀ ਸੀ ਇੱਕ ਸਟੇਜ ਦੇ ਉੱਤੇ ਰੋਡਵੇਜ਼ ਦੀ ਜਿਹੜੀ ਬੱਸ ਆ ਟੁੱਟੀ ਭਾਵੇਂ ਹੋਵੇ ਜਹਾਜ਼ ਵਾਂਗੂ ਲੱਗਦੀ ਸੀਗੀ, ਕਿਉਂਕਿ ਲੋਕਾਂ ਨੇ ਜਾਣਾ ਕਾਹਦੇ ਤੇ ਹੈ, ਜਾਣ ਲਈ ਤੇ ਹੋਰ ਕਿਸੇ ਤਰੀਕੇ ਨਾਲ ਜਾਣ ਨਹੀਂ ਸੀ ਦਿੰਦੇ। ਇਸ ਕਰਕੇ ਇਹਨਾਂ ਹਾਲਾਤਾਂ 'ਚ ਇਹ ਤੇ ਚੰਗੀ ਗੱਲ ਸ਼ੁਰੂ ਹੋਈ ਸੀ। ਸਾਨੂੰ ਵੀ ਬੜੀ ਉਮੀਦ ਸੀ ਕਿ ਪੰਜਾਬ ਰੋਡਵੇਜ਼ ਨੇ ਉਹਨਾਂ ਨੇ 80 ਰੂਟਾਂ ਤੇ ਸ਼ੁਰੂ ਕਰਤੇ ਆ, ਬੱਸਾਂ ਵੀ ਸ਼ੁਰੂ ਕੀਤੀਆਂ, ਪਰ ਉਹ ਬੱਸਾਂ ਕਾਫੀ ਘੱਟ ਲੋਕ ਬੈਠੇ। ਇੱਕ ਤੇ ਵੈਸੇ ਵੀ 30 ਬੰਦਿਆਂ ਤੋਂ ਵੱਧ ਇੱਕ ਪਰ ਬੱਸ ਤੇ ਬਿਠਾਉਣਾ ਨਹੀਂ, ਤੇ ਰੋਡਵੇਜ਼ ਤੇ ਪਹਿਲਾਂ ਹੀ ਮੁਸ਼ਕਲ ਨਾਲ ਚੱਲਦੀ ਹੈ ਪੰਜਾਬ ਰੋਡਵੇਜ਼ ਤੇ। ਜੇ ਤੁਸੀਂ ਉਹਦੇ ਸਵਾਰੀਆਂ ਅੱਧੀਆਂ ਕਰ ਦੋਗੇ, ਕਿਰਾਇਆ ਡਬਲ ਨਹੀਂ ਕਰੋਗੇ, ਤਾਂ ਫਿਰ ਕੁਦਰਤੀ ਆ ਕਿ ਕਿਸ ਤਰ੍ਹਾਂ ਚੱਲਣਾ ਤੇ ਕਿਸ ਤਰ੍ਹਾਂ ਉਹਨੇ ਸਿਰੇ ਪਹੁੰਚਣਾ ਔਖਾ ਹੋ ਜਾਊਗਾ। ਵੈਸੇ ਸਵਾਰੀਆਂ ਅਜੇ ਡਰੀਆਂ ਪਈਆਂ, ਬਹੁਤੀਆਂ ਆਉਂਦੀਆਂ ਨਹੀਂ। ਜਿਹੜੇ ਬਹੁਤ ਜ਼ਰੂਰੀ ਕੰਮ ਆ ਉਹੀ ਜਾਣਗੇ, ਦੂਜੇ ਨਹੀਂ ਜਾਣਗੇ। ਤੇ ਕਾਰਾਂ ਵੀ ਖੁੱਲ ਗਈਆਂ, ਆਟੋ ਵੀ ਖੁੱਲ ਗਏ। ਹਾਲਾਂਕਿ ਆਟੋ ਤੇ ਇੱਕੋ ਸਵਾਰੀ ਨੂੰ ਬਹਿਣ ਦਿੰਦੇ ਆ, ਪਰ ਉਹਦੇ ਇਹ ਸਾਰੀਆਂ ਜਿਹੜੇ ਬਾਕੀ ਟ੍ਰੈਫਿਕ ਖੁੱਲ ਗਈ ਕਰਕੇ ਮੇਰਾ ਖਿਆਲ ਬੱਸਾਂ ਵੱਲ ਅਜੇ ਆਮ ਬੰਦਿਆਂ ਦਾ ਜਿਹੜੇ ਪੈਸੇ ਵਾਲੇ ਆ ਜਿਨ੍ਹਾਂ ਦੀਆਂ ਜ਼ਰੂਰੀ ਜਾਣਾ ਆਉਣਾ ਹੈ ਉਹਨਾਂ ਦੀ ਤਵੱਜੋ ਅਜੇ ਨਹੀਂ ਹੋਈ। ਤੇ ਜਿਹੜੇ ਐਵੇਂ ਵਾਂਢੇ ਤੁਰੇ ਰਹਿੰਦੇ ਸੀਗੇ ਕਿ ਚਲੋ ਉਹਨੂੰ ਮਿਲਾਓ, ਉਹ ਅਜੇ ਚੁੱਪੇ ਕਰਕੇ ਘਰੇ ਬੈਠੇ ਆ। ਉਹਨਾਂ ਨੇ ਬੱਸਾਂ ਵੱਲ ਨੂੰ ਮੂੰਹ ਨਹੀਂ ਕੀਤਾ। ਜਿੱਧਰ ਨੂੰ ਬੱਸਾਂ ਜਾਣੀਆਂ ਚਾਹੀਦੀਆਂ ਉਧਰ ਨੂੰ ਕੋਈ ਵੀ ਨਹੀਂ ਜਾਂਦਾ। ਹਰਿਆਣਾ ਨਹੀਂ ਪਾਰ ਕਰਦੇ, ਉਹ ਮਜ਼ਦੂਰਾਂ ਲਈ ਬੱਸਾਂ ਲਿਜਾਣੀਆਂ ਚਾਹੀਦੀਆਂ। ਉੱਥੇ 1000 ਬੱਸ ਇੱਕ ਪ੍ਰਿਯੰਕਾ ਨੇ ਉੱਥੋਂ ਅੱਗੇ ਨੋਇਡਾ ਤੋਂ ਅੱਗੇ ਖੜੀ ਕੀਤੀ ਹੋਈ ਆ, ਉਹ ਕੋਈ ਨਹੀਂ ਲਈ। ਉਹ ਮਤਲਬ ਰਾਜਨੀਤੀ ਚੱਲੀ ਜਾਂਦੀ। ਜਿੱਥੇ ਮਜ਼ਦੂਰਾਂ ਨੂੰ ਚਾਹੀਦੀ ਬੱਸ ਆ ਉਹ ਚਾਹੀਦੀ ਸੀਗੀ, ਸਾਨੂੰ ਵੀ ਚਲਾਉਣੀਆਂ ਚਾਹੀਦੀਆਂ ਸੀਗੀਆਂ, ਹਰਿਆਣੇ ਨੂੰ ਵੀ ਚਲਾਉਣੀਆਂ ਚਾਹੀਦੀਆਂ ਸੀ। ਬੱਸਾਂ ਸਾਡੀਆਂ ਚੰਗੀਆਂ ਆ, ਪਰ ਉਹ ਨਹੀਂ ਹੋਇਆ। ਖੈਰ ਚਲੋ ਹੁਣ ਇਹ ਤੇ ਆਉਣ ਵਾਲੇ ਸਮੇਂ ਰੇਲ ਗੱਡੀਆਂ ਦਾ ਜਿਹੜਾ ਇਹ ਚੰਗੀ ਗੱਲ ਬੁਕਿੰਗ ਹੈ ਧੜਾ ਧੜ ਹੋ ਰਹੀ ਹੈ। ਇਹ ਵੀ ਇੰਜ ਨਾ ਹੋਏ ਕਿ 2 ਦਿਨਾਂ 'ਚ ਬਾਅਦ ਫਿਆਸਕੋ ਹੋ ਜਾਏ ਕਿ ਜਿਨ੍ਹਾਂ ਨੇ ਲੋਕਾਂ ਨੇ ਇੱਕ ਵਾਰੀ ਜਾਣਾ ਚਲੇ ਜਾਣ, ਬਾਅਦ ਵਿੱਚ ਘਰੇ ਬੈਠੇ ਰਹਿ ਜਾਣ। ਤੇ ਕਿਉਂਕਿ ਜਿਹੜਾ ਜ਼ਰੂਰੀ ਆ ਉਹੀ ਹੀ ਬੁਕਿੰਗ ਕਰਾਊਗਾ। ਪਰ ਇਹ ਚੰਗੀ ਗੱਲ ਆ, ਇਸ ਤਰੀਕੇ ਨਾਲ ਜੇ ਥੋੜਾ ਖੁੱਲੂਗਾ ਸਾਰਾ ਕੁਝ, ਖੁੱਲ ਖਲਾਸਾ ਜਿਹਾ ਹੋਊਗਾ, ਲੋਕਾਂ ਦੇ ਮਨ 'ਚੋਂ ਡਰ ਵੀ ਘਟੂਗਾ। ਪਰ ਮੈਂ ਇੱਕ ਗੱਲ ਇੱਥੇ ਨਾਲ ਜ਼ਰੂਰ ਦੱਸਣੀ ਚਾਹੁੰਦਾ ਕਿ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਇਕੋਨਮੀ ਦਾ ਤੇ ਪਤਾ ਨਹੀਂ ਕੋਈ ਫਾਇਦਾ ਹੋਊਗਾ ਕਿ ਨਹੀਂ ਹੋਊਗਾ, ਸਾਡੀ ਅਰਥ ਵਿਵਸਥਾ ਦਾ, ਲੋਕਾਂ ਦੇ ਵਿੱਚ ਰੁਜ਼ਗਾਰ, ਹੋਰ ਸਾਰਾ 4 ਪੈਸੇ ਜੇਬ 'ਚ ਆਉਣਗੇ ਕਿ ਨਹੀਂ ਆਉਣਗੇ। ਜਿਹੜਾ ਇਸ ਸਾਰਾ ਆਵਾਜਾਈ ਨਾਲ ਨਵਾਂ ਖਤਰਾ ਬਹੁਤ ਵੱਡਾ ਖੜਾ ਹੋ ਰਿਹਾ ਆ, ਉਹ ਇਹ ਆ ਕਿ ਵੱਡੇ ਪੱਧਰ ਦੇ ਉੱਤੇ ਜਿਹੜੇ ਕੇਸ ਉਹ ਫਿਰ ਵਧਣੇ ਸ਼ੁਰੂ ਹੋ ਗਏ ਆ। ਕੱਲ ਜਿਹੜੇ ਸਭ ਤੋਂ ਜ਼ਿਆਦਾ ਕੇਸ ਸੀਗੇ 6000 ਤੋਂ ਵੱਧ ਕਰੋਨਾ ਪੋਜ਼ਿਟਿਵ ਕੇਸ ਆਏ ਹੈਗੇ। ਇਹਦਾ ਮਤਲਬ ਇਹ ਹੈ ਕਿ ਜਿਵੇਂ ਜਿਵੇਂ ਅਸੀਂ ਬੱਸਾਂ, ਜਹਾਜ਼, ਗੱਡੀਆਂ, ਇਹ ਸਾਰੀਆਂ ਜਾਂ ਪੈਦਲ ਲੋਕ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਵੱਡੀ ਪੱਧਰ ਤੇ ਜਾ ਰਹੇ ਆ, ਨਾਲ ਉਹ ਕਰੋਨਾ ਦੇਵੀ ਨੂੰ ਵੀ ਨਾਲ ਹੀ ਲਿਜਾ ਰਹੇ ਆ। ਜਿਹੜਾ ਮੇਰਾ ਖਿਆਲ ਹੈ ਕੋਈ ਜਿਸ ਤਰ੍ਹਾਂ ਪਹਿਲਾਂ ਸ਼ੁਰੂ 'ਚ ਕੋਈ ਪੂਜਾ ਕੀਤੀ ਸੀਗੇ ਤਾਂ ਕਿ ਇਹਦਾ ਗੁੱਸਾ ਘੱਟ ਹੋ ਜਾਏ ਸਾਡੇ ਦੇਸ਼ ਦੇ ਵਿੱਚ, ਤੇ ਇੱਕ ਬੜਾ ਵੱਡਾ ਤਰੀਕਾ ਉਸ ਤਰੀਕੇ ਨਾਲ ਹੀ ਕੋਈ ਨਾ ਕੋਈ ਭਾਵੇਂ ਹੱਲ ਹੋਵੇ। ਅਜੇ ਤੱਕ ਉਹਦਾ ਜਿਹੜਾ ਗੁੱਸਾ ਹੈ, ਜਿਹੜੀ ਕਰੋਪੀ ਦਾ ਜਿਹੜਾ ਤਿੱਖਾ ਤਾਂਡਵ ਹੈ, ਉਹ ਅਜੇ ਤੱਕ ਥੰਮਣ ਤੇ ਕਿਸੇ ਵੀ ਰੂਪ ਦੇ ਕਿਸੇ ਵੀ ਵੇਲੇ ਨਜ਼ਰ ਨਹੀਂ ਆ ਰਿਹਾ। ਮਨਦੀਪ ਬਿਲਕੁਲ ਪ੍ਰੋਫੈਸਰ ਸਾਹਿਬ, ਮਾਰਾ ਵੱਲੋਂ ਤਾਂ ਜਿਹੜੇ ਅਨੁਮਾਨ ਲਗਾਏ ਜਾ ਰਹੇ ਨੇ ਕਿ ਅਜੇ ਜੁਲਾਈ ਅਗਸਤ ਵਿੱਚ ਇਹ ਪੀਕ ਤੇ ਹੋਏਗਾ ਸਾਡੇ ਦੇਸ਼ ਦੇ ਵਿੱਚ, ਕਿਉਂਕਿ ਹੁਣ ਅਸੀਂ ਆਵਾਜਾਈ ਵੀ ਖੋਲ੍ਹ ਦਿੱਤੀ ਹੈ। ਪਰ ਕੀਤਾ ਕਿ ਜਾਵੇ ਹੁਣ ਇੰਨਾ ਸਮਾਂ ਦੇਸ਼ ਨੂੰ ਬੰਦ ਰੱਖਣਾ ਵੀ ਜਿਹੜਾ ਹੈ ਉਹ ਠੀਕ ਨਹੀਂ ਲੱਗਦਾ ਤੇ ਜਾਇਜ਼ ਵੀ ਨਹੀਂ ਲੱਗਦਾ। ਲੋਕ ਜਿਹੜੇ ਨੇ ਭੁੱਖੇ ਮਰ ਰਹੇ ਨੇ।
ਪ੍ਰੋਫੈਸਰ ਸਾਹਿਬ, ਹੁਣ ਜੇ ਅਸੀਂ ਸਮੇਧ ਸਿੰਘ ਸੈਣੀ ਦੇ ਜੋ ਬਲਵੰਤ ਸਿੰਘ ਮੁਲਤਾਨੀ ਅਗਵਾ ਕੇਸ ਸੀ 29 ਸਾਲ ਪੁਰਾਣਾ, ਉਸ ਦੇ ਸੰਬੰਧ ਜਿਹੜੇ 4 ਹੋਰ ਪੁਲਿਸ ਮੁਲਾਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਮੁਲਜ਼ਮ ਸੀ ਜਿਹੜੇ, ਉਹਨਾਂ ਨੂੰ ਵੀ ਹੁਣ 50-50 ਹਜ਼ਾਰ ਰੁਪਏ ਦੇ ਉਹਨਾਂ ਨੇ ਮੁਹਾਲੀ ਦੇ ਮਟੌਰ ਥਾਣੇ ਵਿੱਚ ਜਿਹੜਾ ਹੈ ਮੁਚੱਲਕਾ ਭਰਿਆ ਜੀ ਕੱਲ। ਹਾਂ, ਮੇਰਾ ਖਿਆਲ ਹੈ ਕਿ ਇਹ ਹੌਲੀ ਹੌਲੀ ਜਿਸ ਤਰ੍ਹਾਂ ਅਸੀਂ ਰੋਜ਼ ਖਬਰ ਦਿੰਨੇ ਆ ਜਾਂ ਅਲਟਰਨੇਟਿਵ ਡੇ ਤੇ ਦਿੰਨੇ, ਇਹ ਖਬਰਾਂ ਚੱਲਦੀਆਂ ਰਹਿਣਗੀਆਂ। ਕੁਝ ਦੇਰ ਬਾਅਦ ਇਹ ਖਬਰਾਂ ਆਉਣੀਆਂ ਬੰਦ ਹੋ ਜਾਣਗੀਆਂ। ਪਤਾ ਲੱਗੂਗਾ ਕਿ ਜਿਹੜੇ ਡੀਜੀਪੀ ਰਿਟਾਇਰਡ ਡੀਜੀਪੀ ਸਮੇਧ ਸੈਣੀ ਆ, ਉਹ ਇਸ ਵਿੱਚੋਂ ਆਰਾਮ ਨਾਲ ਜਾਂ ਤੇ ਘਰੇ ਬੈਠੇ ਆ, ਲੰਬਾ ਕੇਸ ਪੈ ਗਿਆ, ਜਾਂ ਉਹ ਬਰੀ ਹੋ ਗਏ ਆ। ਇਸ ਕਿਸਮ ਦੀ ਮੈਨੂੰ ਕੋਈ ਜ਼ਿਆਦਾ ਉਹਦੇ 'ਚ ਦਿਸ਼ਾ ਲੱਗਦੀ ਹੈ। ਇਹ ਬੰਦੇ ਜਿਹੜੇ 4 ਬੰਦਿਆਂ ਨੂੰ ਕੱਲ ਬੁਲਾ ਕੇ ਉਹਨਾਂ ਨੇ ਮੁਚੱਲਕਾ ਭਰਿਆ, ਕਿਉਂਕਿ ਕੋਰਟ ਦਾ ਆਰਡਰ ਸੀਗਾ ਕਿ ਜਾ ਕੇ ਤੁਸੀਂ ਮਟੌਰ ਥਾਣੇ ਦੇ ਵਿੱਚ ਆਪਣੇ ਇਹ ਕਰੋ, ਉਹਨਾਂ ਨੇ ਕਾਰਵਾਈ ਕੀਤੀ ਹੈ। ਪਰ ਉਹਨਾਂ ਦੀ ਗਿਣਤੀ, ਉਹਨਾਂ ਦੀ ਉਮਰ ਜੇ ਦੇਖੋ ਤਾਂ ਇਸ ਵੇਲੇ 65 ਤੋਂ ਲੈ ਕੇ 70 ਸਾਲ ਆ, ਇੱਕ 65 ਆ, ਇੱਕ 66 ਆ, ਇੱਕ 69 ਆ, ਇੱਕ 70 ਆ। 4 ਜਿਹੜੇ ASI ਰਿਟਾਇਰਡ ਸਾਰੇ ਚਾਰੇ ਦੇ ਚਾਰੇ ਹੈਗੇ ਆ। ਉਹਨਾਂ ਦੀ ਉਮਰ ਵੀ ਕਾਫੀ ਐਡਵਾਂਸ ਆ। ਇਸ ਕਰਕੇ ਇਹ ਕੋਈ ਇਨਸਾਫ ਵਾਲੀ ਗੱਲ ਨਹੀਂ ਹੋਣੀ। ਤੁਸੀਂ ਸਾਰੀ ਉਮਰ ਆਪਣੀ ਭੋਗ ਲਈ ਆ, ਬਾਅਦ ਵਿੱਚ ਤੁਸੀਂ ਕੇਸਾਂ ਦੇ ਵਿੱਚ ਕੋਈ ਵੀ ਰਿਜ਼ਲਟ ਆ ਜਾਏ ਉਹਦਾ ਕੀ ਅਰਥ ਰਹਿ ਜਾਂਦਾ, ਬੜਾ ਅਰਥ ਵਿਹੂਣਾ ਹੋ ਜਾਂਦਾ। ਪਰ ਇਸ ਗੱਲ ਦੇ ਵਿੱਚ ਅਸੀਂ ਅਜੇ ਵੀ ਕਦੀ ਕਿਤੇ ਉਮੀਦ ਤੇ ਜੱਗ ਟਿਕਿਆ। ਅਸੀਂ ਉਮੀਦ ਜ਼ਰੂਰ ਕਰਾਂਗੇ ਕਿ ਕਿਸੇ ਨਾ ਕਿਸੇ ਪੱਧਰ ਤੇ ਮੁਲਤਾਨੀ ਜੀ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਸਾਰੇ ਜਿਹੜੇ ਹੋਰ ਬੰਦੇ ਵਿਟਨੈਸ ਆ, ਉਹਨਾਂ ਨੂੰ ਇਸ ਗੱਲ ਦੇ ਵਿੱਚੋਂ ਇਨਸਾਫ ਜ਼ਰੂਰ ਮਿਲਣਾ ਚਾਹੀਦਾ। ਸਾਡੀ ਇਹ ਲਗਾਤਾਰ ਇਹ ਉਮੀਦ ਵੀ ਹੋਊ ਤੇ ਕੋਸ਼ਿਸ਼ ਵੀ ਹੋਊਗੀ ਬੰਦੀ। ਜੀ ਪ੍ਰੋਫੈਸਰ ਸਾਹਿਬ, ਹੁਣ ਅਸੀਂ ਗੱਲ ਕਰਨੀ ਹੈ ਸ਼ਰਾਬ ਮਾਫੀਆ ਦੀ, ਜਿਹਦੇ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਇੱਕ ਦੂਜੇ ਤੇ ਦੋਸ਼ ਲਗਾ ਰਹੀਆਂ ਨੇ। ਅਕਾਲੀ ਕਹਿ ਰਹੇ ਨੇ ਕਿ ਕਾਂਗਰਸੀਆਂ ਦਾ ਵੱਡਾ ਹੱਥ ਹੈ, ਕਾਂਗਰਸੀ ਕਹਿ ਰਹੇ ਨੇ ਕਿ ਤੁਸੀਂ ਆਪਣੀ ਪੀੜੀ ਥੱਲੇ ਸੋਟਾ ਮਾਰ ਲਓ, ਆਮ ਆਦਮੀ ਦੋਵਾਂ ਦੇ ਪੁਤਲੇ ਫੂਕ ਰਹੀ ਆ ਕਿ ਇਹਨਾਂ ਦੋਵਾਂ ਦੀ ਆਪਸ ਵਿੱਚ ਮਿਲੀ ਭੁਗਤੀ ਕਿ ਜੋ ਸ਼ਰਾਬ ਮਾਫੀਆ ਦਾ ਰੌਲਾ ਵਾ ਇਹਨਾਂ ਦਿਨੀ ਪੰਜਾਬ ਵਿੱਚ ਬਹੁਤ ਪਿਆ ਹੋਇਆ। ਅਕਾਲੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਜਿਹੜਾ ਹੈ ਉਹ ਸ਼ਰਾਬ ਤਸਕਰਾਂ ਦੇ ਸ਼ਿਕੰਜਾ ਨਹੀਂ ਕੱਸ ਰਹੀ। ਇਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਪੁਤਲੇ ਫੂਕੇ ਕਿ ਨਹੀਂ, ਇਹ ਕਾਂਗਰਸ ਤੇ ਅਕਾਲੀ ਰਲ ਕੇ ਪੰਜਾਬ ਦਾ ਬੇੜਾ ਬਹਾ ਰਹੇ ਨੇ, ਸ਼ਰਾਬ ਮਾਫੀਆ ਨੂੰ ਕੰਟਰੋਲ ਨਹੀਂ ਕਰ ਰਹੇ। ਉਧਰੋਂ ਕਾਂਗਰਸ ਦਾ ਕਹਿਣਾ ਹੈ ਕਿ ਅਕਾਲੀ ਜਿਹੜੇ ਨੇ ਉਹ ਆਪਣੀ ਪੀੜੀ ਥੱਲੇ ਸੋਟਾ ਮਾਰ ਲੈਣ, ਕਿ ਉਹਨਾਂ ਦੇ ਜਿਹੜੇ ਲੀਡਰ ਆ ਉਹਨਾਂ ਦੀ ਵੀ ਮਿਲੀ ਭੁਗਤ ਨਾਲ ਆ ਰਹੀ ਹੈ। ਕੱਚਾ ਮਾਲ ਦੇ ਦੋਸ਼ ਲੱਗ ਰਹੇ ਨੇ ਕਿ ਉਹਨਾਂ ਵੱਲੋਂ ਬਰਾਮਦ ਕੀਤਾ ਜਾਂਦਾ ਸ਼ਰਾਬ ਮਾਫੀਆ ਨੂੰ। ਤੁਸੀਂ ਕੀ ਕਹੋਗੇ, ਸਾਰੇ ਕੇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਮੈਨੂੰ ਲੱਗਦਾ ਕਿ ਦੇਖੋ, ਪਹਿਲਾਂ ਤੇ ਸੋਫੀ ਹੋ ਕੇ ਬਹਿਸਾਂ ਨਹੀਂ ਹੋ ਰਹੀਆਂ। ਰਾਜਨੀਤਿਕ ਲੋਕ ਮੈਨੂੰ ਲੱਗਦਾ ਕੁਝ ਤੇ ਉਹਨਾਂ ਨੂੰ ਰਾਜਨੀਤੀ ਦਾ ਨਸ਼ਾ, ਸੱਤਾ ਦਾ ਨਸ਼ਾ ਚੜਿਆ ਰਹਿੰਦਾ, ਕੁਝ ਸ਼ਰਾਬ ਦਾ ਵੀ ਜਿਵੇਂ ਨਸ਼ੇ 'ਚ ਗੱਲ ਕਰ ਰਹੇ ਹੋਣ। ਕੋਈ ਸਧਾਰਨ ਗੱਲਾਂ ਨਹੀਂ, ਕੀ ਸਮਝ ਨਹੀਂ ਪੈ ਰਹੀ ਕੀ ਹੋ ਕੀ ਰਿਹਾ ਸੂਬੇ ਦੇ ਅੰਦਰ। ਇੱਕ ਪਾਸੇ ਦੇਖੋ ਰਾਜਨੀਤੀ ਇੱਥੇ ਤੱਕ ਚਲੇ ਗਈ ਆ, ਜਾਂ ਕਹਿ ਲਓ ਕਿ ਇਸ ਨਿਮਾਣਾ ਨੂੰ ਪਹੁੰਚ ਗਈ ਆ। ਇੱਕ ਪਾਸੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਲਲਕਾਰਾ ਮਾਰਿਆ, ਕਿਹਾ ਕਿ ਜੇ ਅਕਾਲੀ ਦਲ ਇੰਨਾ ਹੀ ਚਾਹੁੰਦਾ ਕਿ ਇੱਥੇ ਸ਼ਰਾਬ ਨਹੀਂ ਹੋਣੀ ਚਾਹੀਦੀ, ਕਾਂਗਰਸ ਨੇ ਸ਼ਰਾਬ ਫੈਲਾ ਦਿੱਤੀ ਆ, ਸ਼ਰਾਬ ਇੰਨੀ ਲੋਕਾਂ 'ਚ ਵਾਧੂ ਪਿਲਾਉਣ ਲਾ ਦਿੱਤਾ, ਤੇ ਇਹ ਜਾ ਕੇ ਅਸੈਂਬਲੀ ਦੇ ਵਿੱਚ ਆਪਣਾ ਮਤਾ ਲੈ ਕੇ ਆਉਣ, ਫਿਰ ਦੇਖਦੇ ਆ। ਮਤਲਬ ਉਹਨਾਂ ਨੂੰ ਪਤਾ ਕਿ ਇਹਨਾਂ ਦੇ ਵੀ ਹਿੱਤ ਇੱਥੇ ਸ਼ਰਾਬ ਨੂੰ ਵੇਚਣ ਤੇ ਸ਼ਰਾਬ ਨੂੰ ਵੱਧ ਤੋਂ ਵੱਧ ਹੋਰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਆ। ਇਸ ਕਰਕੇ ਉਹਨਾਂ ਨੇ ਲਲਕਾਰਾ ਮਾਰਿਆ। ਤੇ ਇਹ ਜਿਹੜਾ ਮਤਾ ਇਹੋ ਜਿਹਾ ਅਕਾਲੀ ਦਲ ਅਸੈਂਬਲੀ ਦੇ ਅੰਦਰ ਨਹੀਂ ਲਿਆ ਸਕਦਾ ਕਿ ਜਿਹੜਾ ਪੰਜਾਬ ਨੂੰ ਸ਼ਰਾਬ ਰਹਿਤ ਜਾਂ ਸ਼ਰਾਬ ਮੁਕਤ ਕੀਤਾ ਜਾਏ। ਇਸ ਗੱਲ ਦੂਜੇ ਪਾਸੇ ਜ਼ਬਾਨੀ ਕਲਾਮੀ ਅਕਾਲੀ ਦਲ ਵੀ ਕਹੀ ਜਾਂਦਾ ਕਿ ਜੇ ਇਹੋ ਜਿਹੀ ਗੱਲ ਆ ਤੇ ਅਸੀਂ ਕਿਸੇ ਵੀ ਤਰੀਕੇ ਨਾਲ ਫਾਲੋ ਤਾਂ ਕਰ ਲਾਂਗੇ, ਸ਼ਰਾਬ ਘਟਣੀ ਚਾਹੀਦੀ ਹੈ, ਸ਼ਰਾਬ ਬੰਦ ਹੋਣੀ ਚਾਹੀਦੀ ਹੈ, ਪਰ ਅਸੀਂ ਸ਼ੁਰੂ ਨਹੀਂ ਕਰਾਂਗੇ ਜੇ ਇਸ ਤਰ੍ਹਾਂ ਦੇ ਕਰਦੇ। ਇੱਕ ਤੇ ਸਾਰਾ ਚੱਲ ਰਿਹਾ, ਦੂਜੇ ਪਾਸੇ ਸ਼ਰਾਬ ਬਾਰੇ ਐਡੇ ਵੱਡੇ ਪੱਧਰ ਤੇ ਸਾਰਾ ਕੁਝ ਚਾਰੇ ਪਾਸੇ ਚੱਲ ਰਿਹਾ ਕਿ ਠੇਕੇ ਜਿਹੜੇ ਆ ਉਹਨਾਂ ਨੇ, ਠੇਕੇਦਾਰਾਂ ਨੇ ਬਹੁਤ ਸਾਰੇ ਠੇਕੇ ਬੰਦ ਕਰ ਦਿੱਤੇ ਆ। ਕਈ ਠੇਕੇ ਜਿਹੜੇ ਸ਼ਰਾਬ ਦੇ ਠੇਕੇ ਆ ਉਹ ਲੁਧਿਆਣੇ 'ਚ ਨਹੀਂ ਖੁੱਲ ਰਹੇ, ਹੋਰ ਕਈ ਜਗ੍ਹਾ ਤੇ ਨਹੀਂ ਖੁੱਲ ਰਹੇ। ਜੇ ਕੋਈ ਖੁੱਲੇ ਵੀ ਹੈਗੇ ਆ ਤਾਂ ਉਹ ਬਹੁਤ ਘੱਟ ਗਾਹਕ ਉੱਥੇ ਪਹੁੰਚ ਰਹੇ ਆ। ਕਾਰਨ ਕੀ ਆ? ਕਹਿੰਦੇ ਜਿਹੜੇ ਸ਼ਰਾਬ ਦੇਸੀ ਸ਼ਰਾਬ ਖਾਸ ਕਰਕੇ ਪੀਣ ਵਾਲੇ ਸੀ, ਉਹ ਬਹੁਤ ਸਾਰੇ ਗਾਹਕ ਯੂਪੀ ਨੂੰ, ਬਿਹਾਰ ਨੂੰ ਵਾਪਸ ਚਲੇ ਗਏ ਆ। ਭਾਵੇਂ ਉਹ ਪੈਦਲ ਚਲੇ ਗਏ ਤੇ ਭਾਵੇਂ ਕਿਸੇ ਵੀ ਤਰੀਕੇ ਨਾਲ ਰਿੜਦੇ ਖਿੜਦੇ ਪਹੁੰਚ ਗਏ। ਸਾਡੇ ਤੇ ਹੁਣ ਗਾਹਕੀ ਨਹੀਂ ਰਹੀ। ਇੱਕ ਤੇ ਉਸ ਕਰਕੇ ਮੈਨੂੰ ਇਹ ਲੱਗਦਾ ਕਿ ਅਸਲ 'ਚ ਇਹਦੇ ਪਿੱਛੇ ਮਾਜਰਾ ਹੋ ਰਿਹਾ। ਹਾਲਾਂ ਤੁਹਾਨੂੰ ਇੱਕ ਹੈਰਾਨੀ ਦੀ ਗੱਲ ਇਹ ਦੱਸਾਂਗੇ, ਬਾਕੀ ਜਿਹੜਾ ਪੰਜਾਬ ਸਾਰਾ ਖੁੱਲਾ 7 ਤੋਂ 7, ਤੇ ਇਹ ਜਿਹੜੇ ਠੇਕੇ ਆ ਉਹਨਾਂ ਨੂੰ 9 ਵਜੇ ਤੱਕ ਵੀ ਇਜਾਜ਼ਤ ਸੀਗੀ, ਇਨਫਾਰਮਲੀ, ਲਿਖਤੀ ਤੌਰ ਤੇ ਨਹੀਂ। ਅਖਬਾਰਾਂ 'ਚ ਜੋ ਖਬਰ ਆਈ ਹੈ, ਚਰਨਜੀਤ ਭੁੱਲਰ ਵੱਲੋਂ ਖਬਰ ਲੱਗੀ ਹੈ ਕਿ ਇਹਨਾਂ ਨੂੰ 7 ਤੋਂ ਬਾਅਦ ਵੀ 9 ਵਜੇ ਤੱਕ ਆਪਣੀ ਸ਼ਰਾਬ ਵੇਚਣ ਦਾ ਜਿਹੜੀ ਅਲਾਉਡ ਸੀਗਾ। ਉਹਦੇ ਬਾਵਜੂਦ ਵੀ ਜਿਹੜੇ ਠੇਕੇਦਾਰ ਚੀਕਾਂ ਮਾਰੇ ਕਿ ਸਾਡੇ ਕੋਲ ਸ਼ਰਾਬ ਵਿਕ ਨਹੀਂ ਰਹੀ, ਅਸੀਂ ਠੇਕਿਆਂ ਤੇ ਕੋਈ ਆ ਨਹੀਂ ਰਿਹਾ ਲੈਣ, ਇਸ ਕਰਕੇ ਅਸੀਂ ਠੇਕੇ ਬੰਦ ਕਰ ਰਹੇ ਹਾਂ। ਬੜੀ ਹੈਰਾਨੀ ਦੀ ਗੱਲ ਆ। ਇਹਦੇ ਤੋਂ ਮੈਨੂੰ ਇਹ ਸ਼ੱਕ ਲੱਗਦਾ ਕਿ ਜਿਹੜੀ ਢਿਬਰੀ ਟਾਈਟ ਕੀਤੀ ਥੋੜੀ ਜੀ ਸਰਕਾਰ ਨੇ, ਜਿਹੜੇ ਮਾਫੀਏ ਥੋੜੇ ਇਧਰ ਉਧਰ ਫੜਨ ਦੇ ਕੋਸ਼ਿਸ਼ ਕੀਤੇ, ਭਾਵੇਂ ਉਹਨਾਂ ਦੇ ਆਪਣੇ ਬੰਦੇ ਹੋਣ ਜਾਂ ਕੋਈ ਹੋਰ ਮਾਫੀਆ ਹੋਵੇ, ਉਹਦੇ ਨਾਲ ਜਿਹੜੀ ਨਜਾਇਜ਼ ਸ਼ਰਾਬ ਵੱਡੇ ਪੱਧਰ ਦੇ ਉੱਤੇ ਵਿਕਣੀ ਸੀਗੀ ਉਹ ਬੰਦ ਹੋਣ ਲੱਗੀ ਹੈ।
ਉਹਦੇ ਜੀ ਕਰਕੇ ਠੇਕੇਦਾਰਾਂ ਨੂੰ ਫਾਇਦਾ ਕੋਈ ਲਾਇਸੈਂਸੀ ਸ਼ਰਾਬ ਦਾ ਥੋੜੀ ਸੀ ਜਿਹੜੀ ਕਿਤੇ ਐਕਸਾਈਜ਼ ਵਾਲੀ ਸ਼ਰਾਬ ਸੀ ਵੇਚ ਕੇ ਤੇ ਉਹ ਆਪਣਾ ਬਣਾ ਰਹੇ ਸੀ। ਹਾਲਤ ਮਨਦੀਪ ਤੁਸੀਂ ਤੇ ਬਿਲਕੁਲ ਮੈਂ ਵੀ ਤੇ ਦੂਰ ਰਹਿਣਾ ਇਸ ਸਾਰੀ ਚਰਚਾ ਤੋਂ ਵੀ, ਇਸ ਪੋਲਿਟਿਕਸ ਤੋਂ ਵੀ ਕਿ ਸ਼ਰਾਬ ਦੀ ਪੋਲਿਟਿਕਸ ਕੀ ਹੈ, ਕਿਤੇ ਨਾਲ ਨਾ ਚਿਪਕ ਜਾਏ। ਪਰ ਤੁਹਾਨੂੰ ਤੇ ਹੋਰ ਵੀ ਘੱਟ ਪਤਾ ਹੋਣਾ, ਪਰ ਮੈਨੂੰ ਇੰਨਾ ਕੁ ਜ਼ਰੂਰ ਪਤਾ ਹੈਗਾ ਕਿ ਕਈ ਠੇਕੇ ਦੀ ਜਿਹੜੀ ਬੋਲੀ ਚੜ੍ਹਦੀ ਸੀਗੀ ਉਹਦਾ ਇੰਨਾ ਜ਼ਿਆਦਾ ਬੋਲੀ ਦਾ ਅਮਾਉਂਟ ਹੁੰਦਾ ਸੀ ਕਿ ਜਿੰਨੀ ਸ਼ਰਾਬ ਉਹਨਾਂ ਨੂੰ ਸਪਲਾਈ ਹੁੰਦੀ ਹੈ ਫੈਕਟਰੀਆਂ ਚੋਂ ਜੀ ਕੋਟਾ, ਜੀ ਉਹ ਜੇ ਪੂਰੀ ਦੀ ਪੂਰੀ ਵੀ ਵੇਚ ਦੇਣ, ਇੱਕ ਬੋਤਲ ਨਾ ਬਚੇ ਮਾਰਚ ਤੱਕ, 31 ਮਾਰਚ ਤੱਕ, ਤੇ ਤਾਂ ਵੀ ਉਹ ਜਿਹੜੀ ਬੋਲੀ ਪੂਰੀ ਨਹੀਂ ਸੀ ਹੁੰਦੀ। ਬੋਲੀ ਦਾ ਜਿਹੜੇ ਪੈਸੇ ਮੁੜਦੇ ਨਹੀਂ ਸੀ। ਇਹਦਾ ਮਤਲਬ ਉਹ ਮੁਫਤ ਸੇਵਾ ਕਰ ਰਹੇ ਸੀ ਉੱਥੇ ਬੈਠੇ, ਕੋਈ ਫਾਇਦਾ ਤੇ ਹੋ ਹੀ ਰਿਹਾ ਸੀ। ਇਹਦਾ ਮਤਲਬ ਇਹ ਕਿ ਬੜੇ ਲੰਬੇ ਦੌਰ ਤੋਂ 20-25 ਸਾਲ ਦਾ ਤੇ ਘੱਟੋ ਘੱਟ ਮੈਂ ਜਾਣਦਾ ਕਿ ਨਜਾਇਜ਼ ਸ਼ਰਾਬ ਵੱਡੇ ਪੱਧਰ ਤੇ ਇੰਨਾ ਹੀ ਠੇਕਿਆਂ ਦੇ ਰਾਹੀਂ, ਠੇਕੇਦਾਰਾਂ ਰਾਹੀਂ ਵਿਕਦੀ ਆ, ਜਿਹਦੇ ਚ ਉਹਨਾਂ ਨੂੰ ਵੱਡੇ ਪੱਧਰ ਤੇ ਫਾਇਦਾ ਹੁੰਦਾ। ਇੱਕ ਉਹਨਾਂ ਨੂੰ ਨਿਊਟਰਲ ਸਪਿਰਿਟ ਕਹਿੰਦੇ ਆ, ਨਿਊਟਰਲ ਜਿਹੜੀ ਅਲਕੋਹਲ ਹੁੰਦੀ ਹੈ ਉਹ ਐਕਸਟ੍ਰੀਮ ਨਿਊਟਰਲ ENA, ਐਕਸਟ੍ਰੀਮ ਨਿਊਟਰਲ ਅਲਕੋਹਲ ENA ਕਹਿੰਦੇ ਆ, ਉਹ ਡਰਮਾਂ ਦੇ ਡਰਮ, ਟਰੱਕਾਂ ਦੇ ਟਰੱਕ ਲਿਆ ਕੇ ਉਹਦੇ ਤੇ ਕਦੀ ਜੌਨੀ ਵਾਕਰ ਦਾ ਲੇਬਲ ਲਾ ਲਿਆ, ਕੋਈ ਰੈੱਡ ਦਾ ਲਾ ਲਿਆ, ਕਿਹੜੀ ਸ਼ਰਾਬ ਦੇ ਵੱਡੇ ਜਿਹੜੇ ਫੋਰਨ ਦੇ ਬ੍ਰਾਂਡ ਹੈਗੇ ਸਾਰੇ ਲਾ ਕੇ 200-300 ਰੁਪਏ ਦੀ ਉਹਦੇ ਚ ਪਾਈ ਤੇ ਵੇਚੀ 10,000 ਦੀ, 5,000 ਦੀ, 6,000 ਦੀ, ਇਸ ਕਿਸਮ ਨਾਲ ਬੋਤਲਾਂ ਉਹ ਵਿਕ ਰਹੀਆਂ ਸੀ। ਉਹ ਕੰਮ ਬੰਦ ਹੋਇਆ। ਹਾਲ ਮੈਂ ਤਾਂ ਥੋੜਾ ਜਿਹਾ ਜ਼ਿਆਦਾ ਟਾਈਮ ਲੈ ਰਿਹਾ, ਕੱਲ 2 ਟੈਂਕਰ ਇਹੋ ਜਿਹੀ ਸਪਿਰਿਟ ਜਿਹੜੀ ਐਕਸਟਰਾ ਨਿਊਟਰਲ ਅਲਕੋਹਲ ENA ਜਿਹਨੂੰ ਕਹਿੰਦੇ ਆ, ਜਿਹਦੇ ਤੋਂ ਇਹ ਸ਼ਰਾਬ ਬਣਦੀ ਆ, 2 ਟਰੱਕ ਜੀਰਕਪੁਰ ਚ ਕਿਤੇ ਖੜੇ ਸੀ ਚੁੰਗੀ ਤੇ, ਉੱਥੇ ਲੋਟੂ ਪੈ ਗਏ, ਉਹਦੀ ਸ਼ਰਾਬ ਕੱਢ ਲਈ, ਲੋਕਾਂ ਨੇ ਚੋਰੀ ਕਰ ਲਈ, ਉੱਥੇ ਟਰੱਕ ਡਰਾਈਵਰਾਂ ਦਾ ਤੇ ਉਹਨਾਂ ਦੇ ਕੇਸ ਬਣਿਆ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਅਸਲ 'ਚ ਟਰੱਕ ਡਰਾਈਵਰਾਂ ਨਾਲ ਰਲ ਕੇ ਉਹ ਸਾਰਾ ਮਾਲ ਇੱਥੇ ਜੀਰਕਪੁਰ ਦੇ ਨੇੜੇ ਕਿਤੇ ਸਮਗਲ ਹੋਣਾ ਸੀ, ਕਿਸੇ ਨੇ ਵੇਖ ਲਿਆ, ਉਹ ਹੁਣ ਫੜ ਲਏ, ਉਹਨਾਂ ਦੇ ਕੇਸ ਬਣ ਗਿਆ। ਇਹ ਧਾਂਦਲੀ ਮਚ ਰਹੀ ਹੈ। ਦੂਜੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਤੇ ਤੁਹਾਨੂੰ ਹੈਰਾਨੀ ਦੀ ਗੱਲ ਹੋਊਗੀ, ਇਹ ਠੇਕੇ ਵਾਲਿਆਂ ਨੇ ਤੇ ਪਤਾ ਨਹੀਂ ਕਿਉਂ ਬੰਦ ਕਰਤੇ, ਜਾਂ ਗਾਂ ਇਹਨਾਂ ਦਾ ਠੇਕਾ ਬਚਾਉਣ ਲਈ ਜਾਂ ਘਟਾਉਣ ਲਈ ਕਹਿ ਰਹੇ ਆ। ਇਹੋ ਜੀ ਪੋਲਿਟਿਕਸ ਚੱਲੂਗੀ ਇਹ ਤੇ ਰੱਬ ਜਾਣੇ, ਜਾਂ ਇਹ ਕੈਪਟਨ ਅਮਰਿੰਦਰ ਸਿੰਘ ਜਾਣੇ। ਪਰ ਦੂਜੀ ਜਿਹੜੀ ਟੀਚਰਾਂ ਨਾਲ ਸੰਬੰਧਿਤ ਆ ਬਟਾਲੇ 'ਚ, ਬਿਲਕੁਲ ਹੀ ਹੈਰਾਨੀ ਦੀ ਗੱਲ ਹੋਈ ਕਿ 4 ਜਗ੍ਹਾ ਉੱਥੇ ਬੋਟਲਿੰਗ ਜਾਂ ਡਿਸਟਿਲਰੀਜ਼ ਹੈਗੀਆਂ ਆ, ਉਹਨਾਂ ਦੀ ਰਾਖੀ ਲਈ ਟੀਚਰਾਂ ਦੀ ਡਿਊਟੀ ਲਾਤੀ ਵੀ ਤੁਸੀਂ ਧਿਆਨ ਦਿਓ ਇੱਥੇ ਕਿ ਕੋਈ ਨਜਾਇਜ਼ ਸ਼ਰਾਬ ਤੇ ਨਹੀਂ ਇੱਥੋਂ ਨਿਕਲ ਰਹੀ। ਦੇਖੋ ਟੀਚਰਾਂ ਨੂੰ ਇਹਨਾਂ ਨੇ ਐਂ ਸਮਝਿਆ ਕਿ ਜਿਵੇਂ ਨਾ ਬਿਲਕੁਲ ਹੀ ਪਿੰਡ ਦੇ ਵਿੱਚ ਟ੍ਰੈਡੀਸ਼ਨਲੀ ਕਿਸੇ ਨੂੰ ਦਲਿਤ ਸਮਝਦੇ ਸੀਗੇ, ਤੇ ਜਿਹੜਾ ਵੀ ਕੰਮ ਨਹੀਂ ਹੁੰਦਾ ਜਿਹੜੇ ਮਰਜ਼ੀ ਕੰਮ ਲਾ ਦਿੰਦੇ ਨੇ ਜੀ, ਜਿਹੜੇ ਮਰਜ਼ੀ, ਜੇ ਸੈਂਸਸ ਹੋਣਾ ਤਾਂ, ਜੇ ਕਰੋਨਾ ਹੁੰਦਾ ਤਾਂ, ਜੇ ਇਲੈਕਸ਼ਨ ਹੋਣੀ ਤਾਂ, ਜੇ ਕਿਸੇ ਵੀ ਕਿਸਮ ਦਾ ਕੰਮ। ਇਹ ਟੀਚਰਾਂ ਨੂੰ ਤੁਸੀਂ ਪੜ੍ਹਾਉਣ ਦੀ ਤਨਖਾਹ ਦਿੰਦੇ ਆ ਜਾਂ ਤੁਸੀਂ ਉਹਨਾਂ ਨੂੰ ਆਪਣੀਆਂ ਨੱਤੀਆਂ ਕਰਨ ਦੇ ਕੰਮ ਦਿੰਦੇ ਆ? ਐਡੀ ਸ਼ਰਮਨਾਕ ਗੱਲ ਆ। ਉਹ DTF ਨੇ ਵੱਡੇ ਮਜ਼ਾਰੇ ਕੀਤੇ ਜਗ੍ਹਾ ਜਗ੍ਹਾ। DTF ਹੈਗਾ ਡੈਮੋਕ੍ਰੈਟਿਕ ਟੀਚਰਸ ਫਰੰਟ। ਉਹਨਾਂ ਨੇ ਕਿਹਾ ਆਹ ਕੀ ਕੰਮ ਕੀਤਾ। ਉਹ ਫਿਰ DC ਜਿਹੜਾ ਆ ਗੁਰਦਾਸਪੁਰ ਦਾ, ਉਹਨੇ ਤੁਰੰਤ ਉਹ ਆਰਡਰ ਜਿਹੜਾ ਵਾਪਸ ਲਿਆ ਕਿ ਟੀਚਰ ਹੁਣ ਜਿਹੜੀ ਦਾਰੂ ਦੀ ਸਮਗਲਿੰਗ ਫੈਕਟਰੀਆਂ ਚੋਂ ਕਿਵੇਂ ਨਿਕਲ ਰਹੀ ਆ, ਐਕਸਾਈਜ਼ ਉਹ ਪੂਰੀ ਭਰ ਰਹੇ ਕਿ ਨਹੀਂ ਭਰ ਰਹੇ, ਇਸ ਤੇ ਕੰਮ ਨਹੀਂ ਕਰਨਗੇ। ਉਹਨਾਂ ਨੂੰ ਵੈਸੇ ਐਗਜ਼ੈਕਟਿਵ ਮੈਜਿਸਟ੍ਰੇਟ ਦੀ ਪਾਵਰਾਂ ਦੇ ਕੇ ਉੱਥੇ ਖੜੇ ਕੀਤਾ, ਪਰ ਇਹ ਟੀਚਰਾਂ ਦਾ ਕੰਮ ਆ। ਹੁਣ ਤੁਸੀਂ ਏਡੀ ਵੱਡੀ ਸਰਕਾਰ ਰੱਖੀ ਹੋਈ ਆ, ਤੁਹਾਡੇ ਕੋਲ ਇੰਨੇ ਇੰਸਪੈਕਟਰ ਆ, ਇਹਦਾ ਮਤਲਬ ਮਨਦੀਪ ਇਹ ਨਿਕਲਦਾ ਆ ਕਿ ਜਿਹੜਾ ਉਹਨਾਂ ਦਾ ਆਪਣੇ ਇੰਸਪੈਕਟਰ ਰੱਖੇ ਆ ਉਹ ਇੰਨੇ ਕਰਪਟ ਹੋ ਚੁੱਕੇ ਆ ਕਿ ਜਿਹੜਾ DC ਹੈ ਜਾਂ ਸਰਕਾਰ ਆ, ਜਿਹੜੇ ਕੋਈ ਚੰਗੇ ਬੰਦੇ ਹੋਣਗੇ ਉਹਨਾਂ ਤੇ ਬਿਲਕੁਲ ਭਰੋਸਾ ਨਹੀਂ ਰਿਹਾ। ਔਰ ਜਿਹੜਾ ਚੀਮੇ ਹੁਣੀ ਕੱਲ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਉਹਨਾਂ ਨੇ, ਔਰ ਜਾ ਕੇ ਗਵਰਨਰ ਨੂੰ ਮਿਲੇ ਆ, ਉਹਨਾਂ ਨੇ ਕਿਹਾ ਕਿ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਨੂੰ 5600 ਕਰੋੜ ਦਾ ਚੂਨਾ ਲਾ ਦਿੱਤਾ ਆ ਇਹ ਐਕਸਾਈਜ਼ ਦੇ ਵਿੱਚੋਂ, ਇਕੱਲੀ ਸ਼ਰਾਬ ਦੇ ਵਿੱਚੋਂ। ਤੇ ਰੈਵਨਿਊ ਇੰਨਾ ਜਿਹੜਾ 3 ਸਾਲਾਂ ਦੇ ਵਿੱਚ ਕਾਂਗਰਸ ਨੇ ਪੰਜਾਬ ਨੂੰ ਜਿਹੜੀ ਖਜ਼ਾਨੇ 'ਚ ਪੈਸਾ ਆਉਣਾ ਸੀ 5600 ਕਰੋੜ, ਉਸ ਦਾ ਘਾਟਾ ਪਿਆ। ਜਦੋਂ ਕੈਪਟਨ ਅਮਰਿੰਦਰ ਸਿੰਘ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਨੂੰ ਫੋਨ ਕਰਕੇ ਪੁੱਛਦੇ ਆ ਵੀ ਕੋਈ ਘਾਟਾ ਤੇ ਨਹੀਂ ਪਿਆ, ਉਹ ਅੱਗੇ ਕਹਿੰਦੇ ਲੈ ਜੀ ਕਿੱਥੇ, ਆ ਲਓ ਸਾਰੇ ਹੀ ਕਾਗਜ਼, ਸਾਨੂੰ ਤੇ ਘਾਟਾ ਪਿਆ ਹੀ ਨਹੀਂ, ਕਾਗਜ਼ ਪੂਰੇ ਆ। ਉਹ ਉਹਨਾਂ ਨੂੰ ਕਾਗਜ਼ ਪੂਰੇ ਦਿਖਾ ਦਿੰਦੇ ਆ, ਤੇ ਉਹੋ ਹੀ ਚੀਫ ਮਿਨਿਸਟਰ ਕਾਗਜ਼ ਚੁੱਕ ਕੇ ਰੰਧਾਵਾ ਸਾਹਿਬ ਨੂੰ, ਜਿਹੜੇ ਉਹਨਾਂ ਨੂੰ ਮਿਲ ਕੇ ਆਏ ਆ ਮਿਨਿਸਟਰ ਸਾਹਿਬ, ਜੇਲ੍ਹ ਮੰਤਰੀ, ਉਹਨਾਂ ਨੂੰ ਦਿਖਾ ਦਿੰਦੇ, ਕੋਆਪਰੇਟਿਵ ਮਿਨਿਸਟਰ ਆ, ਤੇ ਉਹਨਾਂ ਨੂੰ ਦਿਖਾ ਦਿੰਦੇ ਆ। ਤੇ ਇਸ ਕਰਕੇ ਮੇਰਾ ਮਨਦੀਪ ਜੀ ਇਹ ਕਹਿਣਾ ਆ ਕਿ ਇਹ ਇਹੋ ਜਿਹੀ ਪੋਲਿਟਿਕਸ ਚੱਲੀ ਹੋਈ ਆ, ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਉਹ ਕਿਸ ਪਾਸੇ ਜਾਣ, ਕਿਹਨੂੰ ਜਾ ਕੇ ਫਰਿਆਦ ਕਰਨ। ਜਿੱਥੇ ਵੀ ਫਰਿਆਦ ਕਰਨੀ ਜਾਂਦੇ ਉੱਥੇ ਪਹੁੰਚਿਆ ਨਹੀਂ ਜਾਂਦਾ, ਜੇ ਪਹੁੰਚਿਆ ਜਾਂਦਾ ਤੇ ਕੋਈ ਸੁਣਦਾ ਨਹੀਂ, ਜੇ ਸੁਣੀ ਜਾਂਦੀ ਹੈ ਤੇ ਉੱਥੇ ਕਾਗਜ਼ਾਂ ਦਾ ਢਿੱਡ ਪੂਰਾ ਕਰਕੇ ਵਾਪਸ ਤੋਰਤਾ ਜਾਂਦਾ। ਬਹੁਤ ਹੀ ਸ਼ਰਾਬ ਨੇ, ਤੇ ਮੈਂ ਤਾਂ ਇਹ ਸ਼ੁਰੂ 'ਚ ਜਿਹੜੀ ਗੱਲ ਕਹੀ ਸੀ ਕਿ ਪਤਾ ਨਹੀਂ ਸ਼ਰਾਬ ਦੇ ਉੱਤੇ ਜਿਹੜੀਆਂ ਬਹਿਸਾਂ ਹੋ ਰਹੀਆਂ ਜਾਂ ਚਰਚਾ ਹੋ ਰਹੀ ਹੈ,
ਇਹ ਸੋਫੀ ਹੋ ਕੇ ਹੋ ਰਹੀ ਹੈ ਕਿ ਬੇਹੋਸ਼ੀ ਦੇ ਵਿੱਚ ਹੋ ਰਹੀ ਹੈ, ਨਸ਼ੇ ਦੀ ਬੇਹੋਸ਼ੀ 'ਚ ਹੋ ਰਹੀ ਹੈ ਜਾਂ ਦਾਰੂ ਦੀ ਬੇਹੋਸ਼ੀ 'ਚ ਹੋ ਰਹੀ ਹੈ। ਇੱਕ ਗੱਲ ਤੇ ਤੁਹਾਨੂੰ ਵੀ ਹੈਰਾਨੀ ਹੋਊਗੀ, ਨਹੀਂ ਹੈਰਾਨੀ ਹੁੰਦੀ ਤੇ ਮੈਂ ਹੈਰਾਨ ਹੋਊਂਗਾ ਇਸ ਗੱਲ ਤੇ ਕਿ ਟੀਚਰਾਂ ਨੂੰ ਸ਼ਰਾਬ ਜਾਲੀ ਵੇਚ ਰਹੀ ਹੈ ਕਿ ਨਹੀਂ ਵੇਚ ਰਹੀ, ਉਹਨਾਂ ਦੀ ਡਿਊਟੀ ਲਾ ਦਿੱਤੀ। ਬਿਲਕੁਲ ਜੀ, ਤਾਂ ਬਿਲਕੁਲ ਹਾਸੋਹੀਣੀ ਗੱਲ ਹੈ, ਬੜਾ ਸੁਣ ਕੇ ਬੜਾ ਹੋਰੀ ਤਰ੍ਹਾਂ ਲੱਗ ਰਿਹਾ ਹੈ। ਬਿਲਕੁਲ, ਟੀਚਰ ਨੂੰ ਤੁਸੀਂ ਕਿਹੜੇ ਕੰਮ ਲਾ ਰਹੇ ਹੋ ਜੀ? ਹਾਂਜੀ ਮਨਦੀਪ, ਹਾਂਜੀ ਅਗਲੀ ਖਬਰ ਸ਼ੁਰੂ ਕਰ ਜੀ। ਪ੍ਰੋਫੈਸਰ ਸਾਹਿਬ, ਤੁਸੀਂ ਥੋੜਾ ਜ਼ਿਕਰ ਕਰ ਹੀ ਦਿੱਤਾ ਕਿ ਕੈਪਟਨ ਸਾਹਿਬ ਨੇ ਜੋ ਆਪਣੇ ਲੰਚ ਜਿਹੜਾ ਉਹਨਾਂ ਨੇ ਸੱਦਿਆ ਸੀ, ਸ਼ਾਹੀ ਲੰਚ, ਉਹਦਾ ਥੋੜਾ ਜਿਹਾ ਅਸਰ ਜ਼ਰੂਰ ਹੋਇਆ, ਜੋ ਸ਼ਰਾਬ ਮਾਫੀਆ ਨੂੰ ਲੈ ਕੇ ਕਾਫੀ ਨੌਕਰਸ਼ਾਹੀ ਅਤੇ ਕੈਬਨਿਟ ਮਿਨਿਸਟਰੀ ਦੇ ਵਿੱਚ ਖਿੱਚੋਤਾਣ ਚੱਲ ਰਹੀ ਸੀ। ਤੁਹਾਨੂੰ ਲੱਗ ਰਿਹਾ ਥੋੜਾ ਜਿਹਾ ਕੰਮ ਮੱਠਾ ਪੈ ਗਿਆ? ਦੇਖੋ ਉਹੀ ਗੱਲ, ਬਿਲਕੁਲ ਮੈਂ ਥੋੜੀ ਜਿਹੀ ਗੱਲ ਉਹੀ ਕਰਨੀ ਚਾਹੁੰਦਾ ਸੀ ਕਿ 5-4 ਬੰਦਿਆਂ ਨੂੰ ਉਹਨਾਂ ਨੇ ਬੁਲਾਇਆ, ਸਿਲੈਕਟ ਬੰਦਿਆਂ ਨੂੰ ਬੁਲਾਇਆ, ਸਾਰੇ ਬਾਗੀਆਂ ਨੂੰ ਨਹੀਂ ਬੁਲਾਇਆ। ਔਰ ਆਪਣਾ ਜਿਹੜਾ ਨਵਾਂ ਉਹਨਾਂ ਦਾ ਘਰ ਹੈਗਾ ਇੱਧਰ, ਉੱਥੋਂ ਹੀ ਉਹ ਸਾਰੀ ਸਰਕਾਰ ਨੂੰ ਚਲਾ ਰਹੇ ਆ। ਪਹਿਲਾਂ ਤੇ ਵੈਸੇ ਬੜੀ ਮਾੜੀ ਗੱਲ ਹੈ, ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀਗਾ ਕਿ ਸਰਕਾਰ ਜਿਹੜੀ ਚੱਲਣੀ ਚਾਹੀਦੀ ਉਹ ਸੈਕਟਰੀਏਟ 'ਚੋਂ ਚੱਲਣੀ ਚਾਹੀਦੀ। ਚੀਫ ਮਿਨਿਸਟਰ ਦਾ ਉੱਥੇ ਬੜਾ ਸੋਹਣਾ ਦਫ਼ਤਰ ਆ, ਜੇ ਰੋਜ਼ ਨਹੀਂ ਆ ਸਕਦੇ ਤੇ ਅਲਟਰਨੇਟਿਵ ਡੇ ਤੇ ਘੱਟੋ ਘੱਟ ਜ਼ਰੂਰ ਆਉਣ। ਜੇ ਇਹ ਆਉਣਗੇ ਤੇ ਬਾਕੀ ਇੰਪਲਾਈ ਆਉਣਗੇ, ਬਾਕੀ ਮਿਨਿਸਟਰ ਆਉਣਗੇ, ਬਾਕੀ ਹੋਰ ਪੈਰਾਫਰਨੇਲੀਆ ਹੋ ਜੇ ਘਰ ਵਾਲੇ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ, ਜੇ ਚੀਫ ਮਿਨਿਸਟਰ ਨੇ ਨਹੀਂ ਆਉਣਾ ਤੇ ਬਾਕੀ ਉੱਥੇ ਕੋਈ ਕਿਉਂ ਆਊਗਾ? ਤੇ ਇੰਨਾ ਸਰਕਾਰੀ ਜਿਹੜਾ ਖਰਚਾ ਆ ਤੁਸੀਂ ਫਿਰ ਕਿਉਂ ਕਰਦੇ? ਇਸੇ ਕਰਕੇ ਬਾਰ-ਬਾਰ ਦੋਸ਼ ਲੱਗਦਾ ਕਿ ਬਿਊਰੋਕ੍ਰੇਸੀ ਦਾ ਰਾਜ ਆ, ਰਾਜਨੀਤਿਕ ਲੋਕਾਂ ਦਾ ਜਾਂ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦੀ ਉੱਥੇ ਕੋਈ ਸੇ ਨਹੀਂ ਹੈ। ਇਸੇ ਹੀ ਲੜਾਈ ਚੋਂ, ਇਸੇ ਹੀ ਰੋਸ਼ ਦੇ ਉੱਤੋਂ ਉਹਨਾਂ ਨੇ ਉਹਨਾਂ ਨੂੰ ਠੰਡੇ ਕਰਨ ਲਈ ਬੁਲਾਇਆ ਸੀਗਾ। ਪਰ ਬਾਹਰ ਖਬਰ ਇਹੀ ਆਈ ਹੈ ਕਿ 2-2.5 ਘੰਟੇ ਮੀਟਿੰਗ ਚੱਲਣ ਤੋਂ ਬਾਅਦ ਠੰਡੌਲਾ ਕਾਫੀ ਹੱਦ ਤੱਕ ਕਰਤਾ, ਕਿਉਂਕਿ ਹਰ ਇੱਕ ਦੀ ਫਾਈਲ ਕੋਈ ਨਾ ਕੋਈ ਚੀਫ ਮਿਨਿਸਟਰ ਕੋਲ ਪਈ ਹੁੰਦੀ ਆ। ਬਿਊਰੋਕ੍ਰੇਸੀ ਨੇ ਹਰ ਇੱਕ ਦਾ ਬਰੋਸ਼ਰ ਤਿਆਰ ਕਰਕੇ ਰੱਖਿਆ ਹੁੰਦਾ, ਉਹੋ ਜਿਹੀਆਂ ਅੱਖਾਂ ਉਹਨਾਂ ਨੂੰ ਦਿਖਾਤੀਆਂ ਜਾਂਦੀਆਂ ਕਿ ਦੇਖੋ ਜੇ ਫਿਰ ਚੰਗਾ ਇਹ ਗੱਲ ਆ, ਜੇ ਤੁਸੀਂ ਜ਼ਿਆਦਾ ਆਕੜਦੇ ਆ ਤੇ ਫਲਾਨੀ ਗੱਲ ਦਾ ਵੀ ਜਵਾਬ ਅਗਲੀ ਵਾਰ ਨੂੰ ਲੈ ਕੇ ਆਇਓ। ਇੰਨੇ ਕੁ ਦਬਕਾ ਮਾਰਨ ਦੇ ਨਾਲ ਸਾਰੇ ਚੁੱਪ ਕਰਕੇ ਬੈਠ ਜਾਂਦੇ ਆ। ਹੁਣ 2 ਹੀ ਬੰਦੇ ਮਨਦੀਪ ਬਾਹਰ ਰਹਿ ਗਏ ਆ ਜਿਨ੍ਹਾਂ ਦਾ ਰਿਸਪੌਂਸ ਅਜੇ ਡੀਕਿਆ ਜਾ ਰਿਹਾ। ਚੰਨੀ ਵੈਸੇ ਚੀਫ ਮਿਨਿਸਟਰ ਸਾਹਿਬ ਦੇ ਕਾਫੀ ਨੇੜੇ ਮੰਨੇ ਜਾਣ ਵਾਲਿਆਂ ਚੋਂ ਸੀਗਾ, ਪਤਾ ਨਹੀਂ ਕਿਵੇਂ ਉਹਨਾਂ ਨੇ ਸਟੈਂਡ ਤੇ ਉਦੋਂ ਡਟ ਕੇ ਲਿਆ। ਹੁਣ ਕੀ ਉਹਨਾਂ ਨੂੰ ਵੀ ਖੁਸ਼ ਕਰਨ ਦਾ ਕੋਈ ਨਾ ਕੋਈ ਹੋਰ ਤਰੀਕਾ ਕੱਢਿਆ ਜਾਂਦਾ। ਤੇ ਮਨਪ੍ਰੀਤ ਸਿੰਘ ਜੀ ਬਾਦਲ, ਉਹ ਆਪਣੇ ਤੁਹਾਨੂੰ ਪਤਾ ਮੋਰਨਿੰਗ ਦੇ ਵਿੱਚ ਸੀਗੇ, ਪਰਿਵਾਰ ਦੇ ਵਿੱਚ ਸੀਗੇ, ਉਹ ਅਜੇ ਇਸ ਗੱਲ 'ਚ ਕਿਸੇ ਚਰਚਾ 'ਚ ਨਹੀਂ ਹੈਗੇ। ਕੱਲ ਨੂੰ ਜਦੋਂ ਉਹ ਦਫ਼ਤਰ ਵੱਲ ਆਉਣਗੇ ਆਪਣਾ ਟਾਈਮ ਕੱਢ ਕੇ, ਤਾਂ ਉਦੋਂ ਤੱਕ ਸਾਨੂੰ ਇੰਤਜ਼ਾਰ ਕਰਨਾ ਪਊਗਾ ਕਿ ਉਹ ਕੀ ਸਟੈਂਡ ਲੈਂਦੇ ਆ। ਪਰ ਇਹ ਅਫਸੋਸ ਵਾਲੀ ਗੱਲ ਹੈ ਕਿ ਉਹਨਾਂ ਨੂੰ ਉਂਝ ਹੀ ਗੋਂਗਲੂਆਂ ਤੋਂ ਮਿੱਟੀ ਝਾੜ ਕੇ 2-2.5 ਘੰਟੇ ਦੀ ਬਹਿਸ ਕਰਨ ਤੋਂ ਬਾਅਦ ਕੁਝ ਵੀ ਉਹਨਾਂ ਦੇ ਪੱਲੇ ਨਹੀਂ ਪਾਇਆ। ਪ੍ਰਗਟ ਸਿੰਘ ਉਹਨਾਂ ਨੇ ਡਟ ਕੇ, ਜੋ ਸਾਨੂੰ ਬਾਅਦ ਵਿੱਚ ਪਤਾ ਲੱਗਾ, ਉੱਥੇ 2 ਵਾਰੀ ਇਹ ਗੱਲ ਨੂੰ ਚੰਗੇ ਤਰੀਕੇ ਨਾਲ ਚੁੱਕਿਆ। ਉਹਨਾਂ ਨੂੰ ਵੀ ਆਊਂ-ਗਾਊਂ ਉਹਨਾਂ ਦੀ ਗੱਲ ਨੂੰ, ਕਿਹੜੀ ਗੱਲ ਨੂੰ, ਜਿਹੜੇ ਉਹਨਾਂ ਨੇ ਕਿਹਾ ਸੀਗਾ ਕਿ ਆਪਾਂ ਫੁੱਲ ਸੈਸ਼ਨ ਬਰਗਾੜੀ ਵਾਲੇ ਕੇਸ ਦੇ ਉੱਤੇ ਕੀਤਾ ਸੀਗਾ, ਉਹ ਗੱਲ ਕਿਤੇ ਚੱਲ ਨਹੀਂ ਰਹੀ। ਕਹਿਤਾ ਜੀ, ਉਹਨਾਂ ਦਾ ਜਵਾਬ ਦੇਤਾ, ਦੇਖੋ ਜੀ ਉਹ ਪ੍ਰੋਸੈਸ ਦੇ ਵਿੱਚ ਆ, ਉਹ ਜੀ ਹੋ ਜੂਗੀ। ਅੱਜ ਵੀ ਉਹੋ ਜਿਹੇ ਬਿਆਨ ਆਏ ਆ ਜੀ, ਉਹ ਤੇ ਹੁਣ ਕਿਸੇ ਸਿਰੇ ਲੱਗ ਜੂ। ਜਦੋਂ ਬਾਰ-ਬਾਰ ਲੋਕ ਸਿੱਕੀ, ਤੁਹਾਨੂੰ ਜਾਣਦੇ ਹੋਣੇ ਅੰਮ੍ਰਿਤਸਰ ਵਾਲੇ, ਜਿਨ੍ਹਾਂ ਨੇ ਉਦੋਂ ਰਿਜ਼ਾਈਨ ਕਰ ਦਿੱਤਾ ਸੀਗਾ, ਆਪਣੇ ਤੇ ਦੁਬਾਰਾ ਇਲੈਕਸ਼ਨ ਹੋਈ ਸੀਗੀ, ਜਿਹੜੇ ਕਾਂਗਰਸ ਦੇ MLA ਅੰਮ੍ਰਿਤਸਰ ਤੋਂ ਉਸ ਪਾਸਿਓਂ, ਉਹਨਾਂ ਨੇ ਅੱਜ ਉਹਨਾਂ ਦੇ ਪੋਸਟਰ ਲੱਗ ਗਏ ਸੀ, ਵੱਡੀਆਂ ਹੋਰਡਿੰਗ ਲੱਗ ਗਈਆਂ ਸੀ ਕਿ ਅੱਜ ਸਿੱਕੀ ਕਿੱਥੇ ਆ। ਹੁਣ ਉਹ ਪ੍ਰੈਸ ਵਿੱਚ ਆ ਕੇ ਉਹਨਾਂ ਨੇ ਬਿਆਨ ਦਿੱਤਾ ਕਿ ਨਹੀਂ ਜੀ, ਉਹ ਇਨਕੁਆਇਰੀ ਬਰਗਾੜੀ ਵਾਲੀ ਚੱਲ ਰਹੀ ਆ ਜੀ, ਬਿਲਕੁਲ ਸੈਟੀਸਫੈਕਟਰੀ ਪ੍ਰੋਗਰੈਸ ਹੋ ਰਹੀ ਆ ਜੀ, ਹੋ ਜਾਊਗਾ। ਹੋਣਾ ਕਦੋਂ? 3 ਸਾਲ ਹੋ ਗਏ। ਤੇ ਇਸ ਕਰਕੇ ਪ੍ਰੋਫੈਸਰ ਸਾਹਿਬ, ਬਿਲਕੁਲ ਜੀ, ਇਹ ਜਿਹੜੀਆਂ ਗੱਲਾਂ ਨੇ ਬੜੀਆਂ ਲੰਮੀ ਚਰਚਾ ਮੰਗਦੀਆਂ ਨੇ, ਕਿਉਂਕਿ ਸੱਚਮੁੱਚ ਲੋਕਾਂ ਨੂੰ ਜਦੋਂ ਇਨਸਾਫ ਨਹੀਂ ਮਿਲਦਾ, ਚਾਹੇ ਉਹ ਕੋਈ ਵੀ ਮਸਲਾ ਹੋਵੇ, ਤਾਂ ਬੜਾ ਰੋਸ ਪੈਦਾ ਹੁੰਦਾ ਹੈ ਆਮ ਲੋਕਾਂ ਦੇ ਵਿੱਚ। ਲੋਕ ਇਹਨੇ ਮੂਰਖ ਨਹੀਂ ਰਹੇ, ਸੋਸ਼ਲ ਮੀਡੀਆ ਦਾ ਜ਼ਮਾਨਾ, ਹਰ ਇੱਕ ਗੱਲ ਲੋਕਾਂ ਤੱਕ ਜਾ ਰਹੀ ਹੈ। ਪਰ ਇਹ ਚਰਚਾ ਤਾਂ ਹੋਰ ਵੀ ਸਮਾਂ ਮੰਗਦੀ ਸੀ ਕਿ ਇਸ ਵਿਸ਼ੇ ਨੂੰ ਅਸੀਂ ਹੋਰ ਖੋਲ੍ਹਦੇ। ਬਰਗਾੜੀ ਜਿਹੜਾ ਕੇਸ ਹੈ, ਉਹਦੇ ਸੰਬੰਧ ਵਿੱਚ ਇਨਸਾਫ ਜ਼ਰੂਰ ਮਿਲਣਾ ਚਾਹੀਦਾ, ਪਰ ਹੁਣ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਪ੍ਰੋਫੈਸਰ ਸਾਹਿਬ, ਅਸੀਂ ਇੱਥੇ ਖਤਮ ਕਰਦੇ ਹਾਂ ਪ੍ਰੋਗਰਾਮ ਨੂੰ। ਧੰਨਵਾਦ ਆਪ ਜੀ ਦਾ, ਤੁਸੀਂ ਸਾਡੇ ਨਾਲ ਜੁੜੇ। ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡੇ ਸਟਾਫ ਦਾ, ਸਾਡੇ ਸਰੋਤਿਆਂ ਦਾ, ਤੁਹਾਡਾ ਵੀ ਮਨਦੀਪ ਜੀ, ਬਹੁਤ-ਬਹੁਤ ਧੰਨਵਾਦ। ਅਸੀਂ ਦਰਸ਼ਕ ਕੇ ਪ੍ਰੋਗਰਾਮ ਸਿੱਧੀ ਗੱਲ ਰੋਜ਼ਾਨਾ ਤੁਸੀਂ ਦੇਖਦੇ ਹੋ 11:30 ਵਜੇ ਚੜ੍ਹਦੀ ਕਲਾ ਟਾਈਮ TV ਤੇ। ਕੱਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ ਜੀ।